ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਵੱਡੀ ਤੇ ਅਹਿਮ ਖਬਰ ਦੇ ਨਾਲ। ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਛੱਡਣ ਦੇ ਲਈ ਤਿਆਰ ਹੋ ਗਏ ਨੇ, ਭਾਵ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਨੂੰ ਛੱਡਣ ਦੇ ਲਈ ਰਜ਼ਾਮੰਦ ਹੋ ਚੁੱਕੇ ਨੇ। ਕਦੋਂ ਉਹ ਕੁਰਸੀ ਤੋਂ ਲਾਂਭੇ ਹੋਣਗੇ, ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਹਿਮਤੀ ਦਿੱਤੀ ਗਈ ਹੈ, ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਗੱਲਬਾਤ ਕੀਤੀ ਜਾਏਗੀ ਭਗਵੰਤ ਸਿੰਘ ਮਾਨ ਦੇ ਉਸ ਬਿਆਨ ਦੀ, ਜਿਸ ਬਿਆਨ ਤੋਂ ਬਾਅਦ ਕਾਂਗਰਸੀਆਂ ਦੇ ਵਿੱਚ ਖਲਬਲੀ ਮਚਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਇੱਕ ਵੱਡੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ। ਉਹ ਜਾਂਚ ਜਿਸ ਦਾ ਕਿ ਸੇਕ ਸ਼ਾਇਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਤੱਕ ਵੀ ਪੁੱਜੇਗਾ। ਆਖਿਰ ਕਿਸ ਮਾਮਲੇ ਦੇ ਵਿੱਚ ਜਾਂਚ ਦੇ ਆਦੇਸ਼ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ, ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਦੇ ਉਸ ਬਿਆਨ ਦੀ, ਕੇਂਦਰ ਸਰਕਾਰ ਦੀ ਉਸ ਕਾਰਜਸ਼ੈਲੀ ਦੀ ਜਿਸ ਦੇ ਅਧੀਨ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਬੋਲਾਂ ਦੇ ਉੱਪਰ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਖਰ ਕਿਸ ਤਰੀਕੇ ਦੇ ਨਾਲ ਵਿਰੋਧੀਆਂ ਦੇ ਬੋਲਾਂ ਦੇ ਉੱਪਰ ਲਗਾਮ ਸੈਂਟਰ ਸਰਕਾਰ ਲਗਾਉਣ ਲੱਗੀ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया मान साहब। ਸੋ ਅਣਖੀ ਜੀ, ਲੰਮੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਇੱਕ ਮੰਗ ਉੱਠਦੀ ਆ ਰਹੀ ਸੀ, ਵਿਰੋਧ ਵੀ ਹੋ ਚੁੱਕਿਆ ਸੀ, ਵਿਦਰੋਹ ਹੋ ਚੱਲਿਆ ਸੀ, ਬਗਾਵਤ ਹੋਣ ਤੱਕ ਆ ਪੁੱਜੀ ਸੀ ਗੱਲ ਕਿ ਜਿੰਨੇ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ, ਜਿਹੜੀਆਂ ਵੀ ਇਲੈਕਸ਼ਨਸ ਹੋਈਆਂ ਨੇ ਪਿੱਛੇ, ਉਹਨਾਂ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਹਾਰ ਕੇ ਅਕਾਲੀ ਦਲ ਹਾਸ਼ੀਏ 'ਤੇ ਚਲਾ ਗਿਆ ਸੀ। ਉਸ ਤੋਂ ਬਾਅਦ ਪ੍ਰਧਾਨਗੀ ਦੀ ਕੁਰਸੀ ਦੇ ਉੱਪਰ ਉਂਗਲਾਂ ਉੱਠੀਆਂ ਸੀ। ਸੋ ਅੱਜ ਇੱਕ ਅਹਿਮ ਬਿਆਨ ਗੱਲ ਕਰੀਏ ਤਾਂ ਸੁਪਰੀਮੋ ਜਿਸ ਇਸ ਸਮੇਂ ਪ੍ਰਧਾਨ ਨੇਗੇ ਸੁਖਬੀਰ ਸਿੰਘ ਬਾਦਲ ਦਾ ਆਇਆ ਤੇ ਉਹ ਆਪਣੀ ਕੁਰਸੀ ਛੱਡਣ ਦੇ ਲਈ ਤਿਆਰ ਹੋ ਗਏ ਨੇ, ਲੇਕਿਨ ਉਹਨਾਂ ਨੇ ਕੁਝ ਨਾਲ ਸ਼ਰਤਾਂ ਵੀ ਰੱਖਤੀਆਂ ਨੇਗੀਆਂ ਵੀ ਕੁਰਸੀ ਕਦੋਂ ਤੱਕ ਛੱਡੀ ਜਾਏਗੀ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਆਖਰ ਹੁਣ ਇਹ ਤਿਆਰੀ ਕਿਵੇਂ ਹੋ ਚੁੱਕੀ ਆ? ਆਖਰ ਸੁਖਬੀਰ ਸਿੰਘ ਬਾਦਲ ਮੰਨ ਕਿਵੇਂ ਗਏ? ਕਿਉਂਕਿ ਪਹਿਲਾਂ ਉਹ ਇਸ ਗੱਲ ਨੂੰ ਹਰ ਵਾਰ ਡਿਨਾਈ ਕਰਦੇ ਨਜ਼ਰ ਆ ਰਹੇ ਸੀ, ਨਾਲ ਹੀ ਨਾਲ ਜੋ ਉਹਨਾਂ ਦੇ ਖਾਸਮ ਖਾਸ ਨੇ ਉਹ ਵੀ ਇਸ ਬਦਲਾਅ ਨੂੰ खुश नहीं सी, बदलाव तो। आखिर हुण सुखबीर सिंह बादल मान किवें गए? लखविंदर जी, सुखबीर सिंह बादल के जिस बयान की तुसीं गल कर रहे जी, वो बयान मैं भी सुनिया, पंजाब के लोगों ने भी सुनिया। सुखबीर सिंह बादल होना ने जिस तरीके दी शर्तां रखियां ने ते जिस तरीके की वो गल कर रहे हैं, मेरा नहीं ख्याल कि वो इस समय अंदरों प्रधानगी छड्डण वास्ते तैयार होए। हाँ, बाहरों जिस तरीके का इस वेले उन्हां दे उत्ते दबाव बनता पिया, पार्टी जिस तरीके नाल दिन ब दिन हाशिए तो बाहर हुंदी जा रही है, उस तरीके दे नाल और तीसरे बन्ने अकाली दल किस तरीके नाल दोबारा लाइमलाइट दे विच आउण वास्ते हत्थ पैर मारदा पिया, हर तरीके का हथियार वो वरतदा पिया। ते ਉਹਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਦਾ ਇਹ ਜਿਹੜਾ ਸ਼ੋਸ਼ਾ, ਮੈਂ ਇਹ ਬਿਆਨ ਨੂੰ ਸ਼ੋਸ਼ਾ ਕਹਾਂਗਾ, ਇਹ ਬਿਆਨ ਜਿਹੜਾ ਇੱਕ ਸ਼ੋਸ਼ੇ ਤੋਂ ਵੱਧ ਹੋਰ ਕੁਝ ਨਹੀਂ। ਕਿਉਂਕਿ ਲਖਵਿੰਦਰ ਜੀ, ਜੇਕਰ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਕੁਰਸੀ ਛੱਡਣ ਵਾਸਤੇ ਇੰਨੇ ਗੰਭੀਰ ਹੁੰਦੇ ਤਾਂ ਫਿਰ ਇਹ ਕੁਰਸੀ 2022 ਦੀਆਂ ਚੋਣਾਂ ਤੋਂ ਬਾਅਦ ਵੀ ਛੱਡੀ ਜਾ ਸਕਦੀ ਸੀ ਪ੍ਰਧਾਨਗੀ ਦੀ। ਸੰਗਰੂਰ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਤੇ ਆਪਣੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਵੀ ਇਹ ਕੁਰਸੀ ਛੱਡੀ ਜਾ ਸਕਦੀ ਸੀ ਤੇ ਇਹ ਕੁਰਸੀ 2017 ਦੇ ਵਿੱਚ ਵੀ ਛੱਡੀ ਜਾ ਸਕਦੀ ਸੀ। ਪਰ ਇਸ ਕੁਰਸੀ ਦਾ ਮੋਹ ਬਾਦਲ ਪਰਿਵਾਰ ਨੂੰ ਇੰਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਬੇਸ਼ੱਕ ਗਰਕ ਹੋ ਜਾਵੇ, ਬੇਸ਼ੱਕ ਪਾਰਟੀ ਖਤਮ ਹੋ ਜਾਵੇ, ਪਰ ਪ੍ਰਧਾਨਗੀ ਜਿਹੜੀ ਆ ਉਹ ਬਾਦਲ ਪਰਿਵਾਰ ਕੋਲ ਹੀ ਰਹਿਣੀ ਚਾਹੀਦੀ ਆ, ਜੋ ਉਹਨਾਂ ਦਾ ਏਜੰਡਾ। ਔਰ ਦੂਸਰੇ ਪਾਸੇ ਲਖਵਿੰਦਰ ਜੀ, ਸਮੱਸਿਆ ਇਹ ਆ ਕਿ ਬਾਦਲ ਪਰਿਵਾਰ ਤੋਂ ਇਲਾਵਾ ਪਾਰਟੀ ਦੇ ਵਿੱਚ 2 ਨੰਬਰ ਦਾ ਕੋਈ ਨੇਤਾ ਨਹੀਂ ਹੈ ਜਿਹੜਾ ਪਾਰਟੀ ਨੂੰ ਆਪਣੇ ਨਾਲ ਜਾਂ ਪਾਰਟੀ ਵਰਕਰਾਂ ਨੂੰ ਜਾਂ ਲੋਕਾਂ ਨੂੰ ਆਪਣੇ ਨਾਲ ਲੈ ਸਕੇ। ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹਾਲਾਂਕਿ ਉਹ ਜਿਹਾ ਚਿਹਰਾ ਨਹੀਂ ਬਣ ਸਕੇ, ਪਰ ਇਸ ਸਭ ਦੇ ਬਾਵਜੂਦ ਇਹ ਵੀ ਗੱਲ ਆ ਕਿ ਬਾਦਲ ਪਰਿਵਾਰ ਤੋਂ ਇਲਾਵਾ ਪਾਰਟੀ ਕੋਲ ਕੋਈ ਹੋਰ ਜਿਹੜਾ ਹੈ ਨਹੀਂ, ਕੋਈ ਹੋਰ ਕਨਸੈਪਟ ਜਿਹੜਾ ਹੋਰ ਇਸ ਤੋਂ ਇਲਾਵਾ ਕੋਈ ਪ੍ਰਸੰਗ ਜਿਹੜਾ ਉਹਨਾਂ ਕੋਲ ਨਹੀਂ ਬਚਦਾ, ਕੋਈ ਹੋਰ ਚਿਹਰਾ ਜਿਹੜਾ ਉਹਨਾਂ ਕੋਲ ਨਹੀਂ ਹੈਗਾ ਜਿਹੜਾ ਪਾਰਟੀ ਪ੍ਰਧਾਨ ਕਰ। ਸੋ ਅਜਿਹੀਆਂ ਹਾਲਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪਤਾ ਕਿ ਜਦੋਂ ਮੈਂ ਇਹ ਪਾਸਾ ਸੁੱਟਣਾ, ਉਸੇ ਵੇਲੇ ਕੋਰ ਕਮੇਟੀ ਦੇ ਮੈਂਬਰਾਂ ਨੇ, ਜਿਹੜੇ ਸਾਰੇ ਮੈਂਬਰ ਨੇ ਉਹਦੇ ਆਪਣੇ ਨੇ, ਉਹਨਾਂ ਨੇ ਕਹਿਣਾ ਨਹੀਂ,
ਬਾਦਲ ਸਾਹਿਬ ਤੁਹਾਡੇ ਤੋਂ ਬਿਨਾਂ ਤਾਂ ਪਾਰਟੀ ਚੱਲ ਹੀ ਨਹੀਂ ਸਕਦੀ। ਸੋ ਤੁਹਾਡੇ ਦਿੱਤੇ ਅਸਤੀਫੇ ਨੂੰ ਅਸੀਂ ਆਪ ਪ੍ਰਵਾਨ ਕਰਦੇ ਹਾਂ ਤੇ ਤੁਸੀਂ ਸਹਿਬਾਵਾਂ ਉਸੇ ਤਰੀਕੇ ਨਾਲ ਨਿਭਾਉਂਦੇ ਰਹੋ। ਇਹ ਇੱਕ ਡਰਾਮਾ ਜ਼ਰੂਰ ਹੋ ਸਕਦਾ, ਇਹ ਸੁਖਬੀਰ ਬਾਦਲ ਕਰ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਇਸ ਵੇਲੇ ਤੰਦੂ ਮੱਛੀ ਹੋਣ ਡਿਆ ਕਿ ਕਿਸੇ ਤਰੀਕੇ ਨਾਲ ਸੱਤਾ ਦੇ ਵਿੱਚ ਵਾਪਸੀ ਹੋ ਜਾਏ ਜਾਂ ਪੁਰਾਣੀ ਗਵਾਚੀ ਸਾਖ ਦੁਬਾਰਾ ਬਹਾਲ ਹੋ ਜਾਵੇ, ਉਹੋ ਜਿਹੀ ਸਥਿਤੀਆਂ ਜਿਹੜੀਆਂ ਨੇ ਉਹ ਲਖਵਿੰਦਰ ਨਜ਼ਰ ਨਹੀਂ ਆ ਰਹੀ ਇਹਦੇ ਵਾਸਤੇ। ਤਾਂ ਉਹ ਜਿਹੜੀਆਂ ਸਥਿਤੀਆਂ ਨੂੰ ਬਹਾਲ ਕਰਨ ਵਾਸਤੇ ਇਹ ਜਿਹੜੇ ਬਿਆਨ ਨੇ ਉਹ ਦਿੱਤੇ ਜਾ ਰਹੇ ਆ। ਜਿਸ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਜੇ ਉਹਦੇ ਵਿੱਚ ਇਸ ਤੋਂ ਵੀ ਗੱਲ ਕਰਦਾ ਕਿ ਹਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਹੈ। ਦੂਜੇ ਪਾਸੇ ਅਸੀਂ SYL ਦਾ ਜਿਹੜਾ ਗਾਣਾ ਬੈਨ ਕੀਤਾ, ਅਸੀਂ ਕੇਂਦਰ ਸਰਕਾਰ ਤੇ ਉਹਦੇ ਸੰਬੰਧੀ ਵੀ ਗੱਲ ਕਰਨੀ ਹੈ। ਹੁਣ ਬੰਦਾ ਪੁੱਛੇ ਕਿ ਇੱਕ ਪਾਸੇ ਦਾ ਤੁਸੀਂ ਭਾਜਪਾ ਦੇ ਦੋ ਗਾਣੇ ਸਿੱਧੂ ਮੂਸੇਵਾਲ ਦਾ ਤੇ ਰਿਹਾਈ ਗਾਣਾ ਜਿਹੜਾ ਬੈਨ ਕੀਤਾ ਭਾਜਪਾ ਵੱਲੋਂ, ਉਸ ਦਾ ਤੁਸੀਂ ਵਿਰੋਧ ਕਰ ਰਹੇ ਜੀ, ਤੇ ਇਸ ਗਾਣੇ ਨੂੰ ਲੈ ਕੇ ਤੁਸੀਂ ਕਹਿ ਰਹੇ ਜੇ ਕਿ ਸਾਡੀ ਆਵਾਜ਼ ਦੱਬੀ ਤੇ ਅਸੀਂ ਜਾ ਕੇ ਭਾਜਪਾ ਦਾ ਵਿਰੋਧ ਕਰਨਾ, ਤੇ ਦੂਜੇ ਪਾਸੇ ਤੁਸੀਂ ਰਾਸ਼ਟਰਪਤੀ ਦੀ ਚੋਣ ਵਾਸਤੇ ਉਸ ਉਮੀਦਵਾਰ ਨੂੰ ਵੋਟਾਂ ਪਾ ਰਹੇ ਜੀ ਜਿਹੜੀ ਭਾਜਪਾ ਤੁਹਾਨੂੰ ਕਹਿ ਰਹੀ ਹੈ। ਸੋ ਅਜਿਹੇ ਦੋਵੇਂ ਮਾਪਦੰਡ ਜਿਸ ਤਰੀਕੇ ਨਾਲ ਸੁਖਬੀਰ ਕਰ ਰਿਹਾ, ਉਹਨੂੰ ਨਹੀਂ ਇਹ ਪਤਾ ਲੱਗਦਾ ਪਿਆ ਕਿ ਉਹ ਕਿਹੜੇ ਮਾਪਦੰਡ ਜਾਂ ਕਿਹੜੇ ਤੌਰ ਤਰੀਕੇ ਸਹੀ ਨੇ ਕਿਹੜੇ ਗਲਤ ਨੇ। ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿੰਨੀ ਤੇਜ਼ੀ ਨਾਲ ਉਹ ਇਸ ਵੇਲੇ ਚੱਲਣ ਦੀ ਕੋਸ਼ਿਸ਼ ਕਰਦੇ ਪਏ ਆ ਸੁਖਬੀਰ ਬਾਦਲ ਕਿ ਜਿੰਨੀ ਜਲਦੀ ਹੋ ਸਕੇ ਮੈਂ ਉੱਥੇ ਪਹੁੰਚ ਜਾ, ਪਾਰਟੀ ਦੁਬਾਰਾ ਪੈਰਾਂ ਸਿਰ ਖੜੀ ਹੋ ਜਾਵੇ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਹੋ ਜੇ, ਅਸੀਂ ਮਾਨ ਕੋਲ ਕੋਈ ਉਹ ਸਟੇਟਮੈਂਟ ਵਾਪਸ ਕਰਾਉਣੀ ਆ, ਨਹੀਂ ਤਾਂ ਆਪਾਂ ਆਲਰੇਡੀ ਬਖਸ਼ਾਂਗੇ ਨਹੀਂ। ਮਤਲਬ ਇਹੋ ਜਿਹੀ ਜਿਹੜੀ ਲੈਂਗੁਏਜ ਉਹ ਵਰਤਦੇ ਪਏ। ਅਸਲ 'ਚ ਸੁਖਬੀਰ ਸਿੰਘ ਬਾਦਲ ਨੇ ਜਦੋਂ ਦਾ ਸਿਆਸੀ ਜੀਵਨ ਸ਼ੁਰੂ ਕੀਤਾ, ਉਹਨਾਂ ਨੇ ਇੱਕ ਰਾਜਸੀ ਸੱਤਾ ਨੂੰ ਭੋਗਿਆ। ਜਦੋਂ ਦੇ ਉਹ ਆਏ 1997 ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਸੀ ਸੱਤੀ ਤੌਰ ਤੇ, ਉਸ ਵੇਲੇ ਉਹ ਕੇਂਦਰ ਦੇ ਵਿੱਚ ਵੀ ਗਏ। ਤਾਂ ਸੁਖਬੀਰ ਸਿੰਘ ਬਾਦਲ ਦੀ ਇਹ ਪ੍ਰੋਬਲਮ ਰਹੀ ਆ ਕਿ ਉਹ ਹਮੇਸ਼ਾ ਸੱਤਾ ਦੇ ਵਿੱਚ, ਸੱਤਾ ਦੇ ਕੇਂਦਰ 'ਚ ਰਹੇ ਆ, ਤੇ ਇਹ ਸੱਤਾ ਨੂੰ ਜਿਹੜੇ ਹੁਣ 5-7 ਜਾਂ 7 ਸਾਲ ਬਾਹਰ ਹੋ ਗਏ ਆ, ਇਹ ਉਹ ਤਰਦੋ ਮੱਛੀ ਹੋ ਰਹੇ ਆ। ਅੱਜ ਵੀ ਤੁਸੀਂ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ ਕਿ ਜੇ ਭਗਵੰਤ ਮਾਨ ਨੇ ਉਹ ਆਪਣਾ ਸਟੈਂਡ ਵਾਪਸ ਨਹੀਂ ਲਿਆ ਤੇ ਫਿਰ ਮੈਂ ਦੇਖਾਂਗਾ ਮੈਂ ਕੀ ਕਰਨਾ। ਬੰਦਾ ਪੁੱਛੇ ਤੂੰ ਕੀ ਕਰਨਾ। ਹੁਣ ਤੁਹਾਡੀ ਅਕਾਲੀ ਦਲ ਦੀ ਉਹ ਸਥਿਤੀ ਨਹੀਂ ਹੈਗੀ, ਜਾਂ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਨੂੰ ਕੀ ਕਰੂਗਾ, ਨਹੀਂ ਕਰਦਾ ਨਾ ਕਰ, ਮੈਂ ਬਰਦਾਸ਼ਤ ਨਹੀਂ ਕਰਾਂਗਾ। ਬਰਦਾਸ਼ਤ ਨਹੀਂ ਕਰਦਾ ਤਾਂ ਤੁਸੀਂ ਨਾ ਕਰੋ। ਹੁਣ ਇੱਕ ਹੋਰ ਫੀਲਾ ਵੇਖ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁੱਟਿਆ ਕਿ ਜਿੰਨੇ ਵੀ LGPC ਦੇ ਘੜੇ ਦੇ ਮੈਂਬਰ ਸੀ ਉਹ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਦੇ ਆਏ ਆ। ਵੇਖੋ ਜੀ ਉਧਰ ਭਗਵੰਤ ਮਾਨ ਦੇ ਵਿਆਹ ਦੇ ਉੱਤੇ ਪਾਲਕੀ ਸਾਹਿਬ ਦੀ ਬੇਅਦਬੀ ਹੋਈ ਹੈ। ਹੁਣ ਉਸੇ ਤਰੀਕੇ ਨਾਲ ਜਥੇਦਾਰ ਸਾਹਿਬ ਵੀ ਚਿੱਠੀ ਆਉਂਦੀ ਦੇ ਰਹੀ, ਉਹਨਾਂ ਨੇ ਵੀ ਉਸੇ ਵੇਲੇ ਟੀਵੀ ਤੇ ਮੁਖਾਤਬ ਹੋ ਕੇ ਕਹਿਤਾ ਹਾਂਜੀ ਇਹਦੇ ਨਾਲ ਸਿੱਖ ਭਾਵਨਾਵਾਂ ਨੂੰ ਬੜੀ ਠੇਸ ਲੱਗੀ ਹੈ। ਹੁਣ ਇਹ ਸੁਖਬੀਰ ਸਿੰਘ ਬਾਦਲ ਦੇ ਸਾਰੇ ਉਹ ਹੱਥ ਕੰਡੇ ਨੇ ਜਿਹੜੇ ਉਹ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਪੇਸ਼ ਕਰ ਰਿਹਾ, ਤੇ ਦੁਬਾਰਾ ਇੱਕ ਪੰਥਕ ਮੁੱਦਾ ਉਭਾਰ ਕੇ ਦੁਬਾਰਾ ਸੱਤਾ ਦੇ ਵਿੱਚ ਆਉਣਾ ਜਾਂ ਲੋਕਾਂ ਦੇ ਵਿੱਚ ਆਉਣਾ ਚਾਹੁੰਦੇ ਆ। ਹੁਣ ਸੁਖਬੀਰ ਸਿੰਘ ਬਾਦਲ ਦੇ ਇਹ ਜਿਹੜੇ ਬੰਦੇ ਨੇ LGPC ਦੇ ਜਿੰਨੇ ਵੀ ਮੈਂਬਰ ਨੇ ਸਾਰੇ ਬਾਦਲ ਧੜੇ ਦੇ ਉਹਨਾਂ ਨੇ ਚਿੱਠੀ ਦੇ ਦਿੱਤੀ, ਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਹੁਣ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਹੋ ਰਹੇ ਆ, ਮੇਰਾ ਨਹੀਂ ਖਿਆਲ ਜਥੇਦਾਰ ਸਾਹਿਬ ਸਵਾਲ ਦਾ ਉੱਤਰ ਵੀ ਦੇ ਸਕਦੇ। ਜੇਕਰ ਵਾਕਿਆ ਹੀ ਬੇਅਦਬੀ ਹੋਈ ਆ ਉਹ ਪਾਲਕੀ ਸਾਹਿਬ ਦੀ, ਤਾਂ ਪਹਿਲਾਂ 328 ਸੂਟਾਂ ਦੀ ਗੱਲ ਹੋਣੀ ਚਾਹੀਦੀ ਹੈ ਜਿਹਦੇ ਵਾਸਤੇ ਜਥੇਦਾਰ ਕੋਲ ਕੋਈ ਜਵਾਬ ਹੀ ਨਹੀਂ। ਤੇ ਨੰਬਰ 2, ਜਿਸ ਪਾਲਕੀ ਸਾਹਿਬ ਦੀ ਗੱਡੀ ਦੀ ਗੱਲ ਕਰ ਰਹੇ ਆ, ਉਹ ਗੱਡੀ ਬਾਬਾ ਬਲਵੀਰ ਸਿੰਘ ਦੇ ਹੱਕ ਤੁਸੀਂ ਦੀ ਨਾਲ ਗੱਡੀ ਆ, ਉਹ ਉੱਥੇ ਨੂੰ ਜਾਂ ਕੀ ਉਸਨੂੰ ਵਿਅਕਤੀ ਨੂੰ ਮਰਿਆਦਾ ਦਾ ਨਹੀਂ ਪਤਾ। ਸੋ ਕਹਿਣ ਦਾ ਅਰਥ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਇਹ ਜਿੰਨੇ ਵੀ ਇਹੋ ਜਿਹੀਆਂ ਗੱਲਾਂ ਨੇ, ਜਿਹੜੇ ਵੀ ਉਹ ਗੱਲ ਉਹ ਕਰਦਾ, ਜਿਹੜਾ ਵੀ ਪਾਸਾ ਉਹ ਸੁੱਟਦਾ ਉਹ ਹਮੇਸ਼ਾ ਪੁੱਠਾ ਪੈਂਦਾ। ਤੁਹਾਨੂੰ ਯਾਦ ਹੋਊਗਾ ਵਿਸਾਖੀ ਵਾਲੇ ਦਿਨ ਵੀ ਸਭ ਤੋਂ ਪਹਿਲਾਂ ਰੌਲਾ ਪਾਤਾ ਜੱਸਾ ਸਿੰਘ ਬਲਟੋਏ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਕਿ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੈ, ਤਖਤ ਦਮਨ ਸਾਹਿਬ ਕੇ ਸ਼ਰਾਬ ਪੀ ਕੇ ਮੱਥਾ ਟੇਕਣਾ, ਸ਼ਰਾਬ ਪੀ ਕੇ ਮੱਥਾ ਟੇਕਣਾ ਹੈ। ਲੋਕਾਂ ਨੇ ਪਰਵਾਹੀ ਨਹੀਂ ਕੀਤੀ ਉਸ ਗੱਲ ਦੀ। ਤੇ ਅੱਜ ਇਹ ਵੀ ਗੱਲ ਜਦੋਂ ਸਿੱਧੂ ਮੂਸੇਵਾਲ ਦੇ ਸਟੈਂਡ ਦੇ ਸੰਬੰਧੀ, ਕਤਲ ਦੇ ਸੰਬੰਧੀ ਉਸਨੂੰ ਗੱਲ ਸਟੈਂਡ ਸੰਬੰਧੀ ਪੁੱਛਿਆ ਤਾਂ ਉਸਦੇ ਕੋਲ ਉਹਦਾ ਵੀ ਜਵਾਬ ਨਹੀਂ ਸੀ। ਹਾਂਜੀ ਉਸ ਵੇਲੇ ਗੱਲ ਹੋਰ ਸੀ, ਹੁਣ ਹੋਣਾ। ਸੋ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਮੱਸਿਆ ਆ, ਸਿਰਫ ਤੇ ਸਿਰਫ ਸਮੱਸਿਆ ਇਹ ਹੈ ਇਸ ਵੇਲੇ ਲਖਵਿੰਦਰ ਜੀ ਕਿ ਉਹ ਦੁਬਾਰਾ ਸੱਤਾ ਦੇ ਉਸ ਕੇਂਦਰ 'ਚ ਹੋਣਾ ਚਾਹੁੰਦੇ ਆ ਜਿੱਥੇ ਪ੍ਰਧਾਨ ਜੀ ਹੋ ਗਏ, ਮੁੱਖ ਮੰਤਰੀ ਸਾਹਿਬ ਹੋ ਗਏ। ਪਰ ਹੁਣ ਉਹ ਸਥਿਤੀਆਂ ਉਹ ਬੀਤ ਗਈਆਂ ਨੇ ਲਖਵਿੰਦਰ ਜੀ। ਹੁਣ ਹਾਲਾਤ ਉਹ ਨਹੀਂ ਰਹੇ, ਕਿਉਂਕਿ ਹੁਣ ਇੱਕ ਤੀਜੀ ਪਾਰਟੀ ਦਾ ਗਠਨ ਵਿੱਚ ਆ ਗਿਆ। ਦੂਜੇ ਪਾਸੇ ਭਾਜਪਾ ਜਿਹੜੀ ਆ ਬੜੀ ਮਜ਼ਬੂਤੀ ਨਾਲ ਅੱਗੇ ਵਧਦੀ ਪਈ ਆ, ਕਾਂਗਰਸ ਵੀ ਜ਼ੋਰ ਲਾ ਰਹੀ ਆ, ਸਿਮਰਜੀਤ ਸਿੰਘ ਮਾਨ ਵੀ ਪੰਥਕ ਆਗੂ ਵਜੋਂ ਉੱਭਰਦਾ ਪਿਆ, ਤੇ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਤੋਂ ਇੱਕ ਜਿਹੜੀ ਮਾੜੀ ਮੋਟੀ ਧਰਤ ਬਚੀ ਆ ਉਹ ਖੁਰਦੀ ਜਾ ਰਹੀ ਹੈ। ਤਾਂ ਉਸ ਧਰਤ ਨੂੰ ਬਚਾਉਣ ਵਾਸਤੇ ਆਖਰੀ ਜਿਹੜਾ ਅੱਜ ਪੱਤਾ ਉਹਨੇ ਇਹ ਸੁੱਟ ਦਿੱਤਾ
ਕਿ ਹਾਂਜੀ ਮੈਂ ਜਿਹੜਾ ਸਾਰੀ ਉਮਰ ਪ੍ਰਧਾਨ ਬਣੇ ਰਹਿਣਾ, ਪਾਰਟੀ ਦੇ ਵਿੱਚ ਫੇਰਬਦਲ ਹੋਣਾ ਚਾਹੀਦਾ, ਜਿਸ ਤਰੀਕੇ ਨੂੰ ਉਹ ਬਿਆਨ ਕਰਦਾ। ਤੇ ਜੇ ਵਾਕਿਆ ਹੀ ਇੰਨੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਂਦਾ ਤਾਂ ਚਾਹੀਦਾ ਹੈ ਟੀਵੀ ਤੇ ਅੱਜ ਐਲਾਨ ਕਰਦਾ, ਜਿਸ ਤਰੀਕੇ ਨਾਲ ਕੱਲ ਸੁਖਦੇਵ ਸਿੰਘ ਢੀਂਡਸਾ ਹੋਣੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲੇ, ਉਹਨਾਂ ਨੇ ਕਿਹਾ ਕਿ ਸਾਰੇ ਅਕਾਲੀ ਦਲਾਂ ਨੂੰ ਅਸਤੀਫਾ ਲਓ, ਅਸੀਂ ਵੀ ਦਿੰਦੇ ਆ। ਤਾਂ ਇਸ ਤੋਂ ਪਹਿਲਾਂ ਕਿ ਜਥੇਦਾਰ ਸਾਹਿਬ ਅਸਤੀਫਾ ਮੰਗਦੇ, ਜੇ ਵਾਕਿਆ ਹੀ ਇੰਨੇ ਗੰਭੀਰ ਹੁੰਦੇ, ਉਹ ਚੁੱਕ ਕੇ ਜਾ ਕੇ ਅਸਤੀਫਾ ਦਿੰਦਾ, ਜੀ ਆਹ ਲਓ ਜੀ ਮੇਰਾ ਅਸਤੀਫਾ, ਮੈਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਾਂ ਪੰਜਾਬ ਦੇ ਭਲੇ ਵਾਸਤੇ ਆਪਣੀ ਕੁਰਬਾਨੀ ਦਿੰਦਾ। ਸੋ ਕਹਿਣ ਦਾ ਅਰਥ ਆ ਕਿ ਠੀਕ ਆ ਉਹਦਾ ਬਿਆਨ ਆਇਆ, ਤਾਂ ਬਿਆਨ ਕੰਨਾਂ ਨੂੰ ਸੁਣਨ ਨੂੰ ਚੰਗਾ ਲੱਗਦਾ, ਪਰ ਬਾਦਲ ਪਰਿਵਾਰ ਦੀ ਸਮੱਸਿਆ ਇਹ ਆ ਕਿ ਉਹਨਾਂ ਨੇ ਪ੍ਰਧਾਨਗੀ ਕਿਸੇ ਸੂਰਤ ਵਿੱਚ ਘਰੋਂ ਜਾਣ ਨਹੀਂ ਦੇਣੀ ਤੇ ਨਾ ਹੀ ਜਾ ਸਕਦੀ। ਮੈਨੂੰ ਉਹ ਵੀ ਗੱਲ ਯਾਦ ਆ ਗੁਰਚਰਨ ਸਿੰਘ ਟੌਹੜਾ ਹੋਣਾ ਦੀ, ਕਿ ਜਦੋਂ ਅਕਾਲੀ ਦਲ ਦੀ ਇੱਕ ਵਾਰੀ ਬਣੀ ਇਹੋ ਜਿਹੀ ਸਥਿਤੀ ਸੀ, ਤਾਂ ਉਸ ਵੇਲੇ ਟੌਹੜਾ ਸਾਹਿਬ ਨੇ ਬਿਆਨ ਦਿੱਤਾ, ਜਲੰਧਰ ਚੋਂ ਤੇਲ ਪਵਾ ਰਹੇ ਗੱਡੀ ਦੇ ਵਿੱਚ, ਤੇ ਉੱਥੇ UNI ਦੇ ਪੱਤਰਕਾਰ ਆ ਗਏ, ਤਾਂ ਉਹਨਾਂ ਨੇ ਵੈਸੇ ਹੀ ਇੰਨੀ ਗੱਲ ਕਹੀ ਕਿ ਮੈਂ ਤਾਂ ਬਾਦਲ ਸਾਹਿਬ ਨੂੰ ਕਿਹਾ ਆ, ਟੌਹੜਾ ਸਾਹਿਬ ਦੀ ਗੱਲ ਕਰ ਰਿਹਾ ਕਿ ਬਾਦਲ ਸਾਹਿਬ ਤੁਸੀਂ ਪ੍ਰਧਾਨ ਕੋਈ ਹੋਰ ਬਣਾ ਦਿਓ, ਭਾਵੇਂ ਕੋਈ ਗੁਰਦੇਵ ਬਾਦਲ ਨੂੰ ਬਣਾ ਦਿਓ। ਗੁਰਦੇਵ ਸਿੰਘ ਬਾਦਲ ਉਹਨਾਂ ਦੇ ਬੜੇ ਕਲੋਜ਼ ਤੇ ਨਜ਼ਦੀਕੀ ਦੋਸਤ ਹੁੰਦੇ ਸੀ ਜੀ। ਉਹ ਜਾਂਦੇ ਨੇ ਕਦੇ ਖਬਰ ਲੱਗਣ ਦੀ, ਪੱਤਰਕਾਰ ਨੇ ਖਬਰ ਸੁਣੀ, ਜਾ ਕੇ ਉਹਨੇ ਖਬਰ ਲਾਤੀ, ਤੇ ਅਗਲੇ ਦਿਨ ਜਾਂ 2 ਦਿਨਾਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਣਾ ਨੂੰ ਬਾਹਰ ਦਾ ਰਸਤਾ ਖਾ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਹੋਣਾ। ਸੋ ਅਜਿਹੀਆਂ ਕਹਾਣੀਆਂ ਅੜੀਆਂ ਨੇ, ਜਦੋਂ ਵੀ ਪ੍ਰਧਾਨਗੀ ਨੂੰ ਖਤਰਾ ਬਾਦਲ ਪਰਿਵਾਰ ਨੂੰ ਹੋਇਆ, ਇਹੋ ਜਿਹੇ ਡਰਾਮੇ ਉਹਨਾਂ ਨੇ ਕੀਤੇ ਨੇ, ਪਰ ਪ੍ਰਧਾਨਗੀ ਉਹਨਾਂ ਨੇ ਕਦੀ ਛੱਡੀ ਨਹੀਂ। ਬਾਕੀ ਸ਼ਾਇਦ ਜਿਸ ਤਰੀਕੇ ਦਾ ਉਹਨਾਂ ਨੂੰ ਲੱਗ ਰਿਹਾ, ਔਰ ਜਿਸ ਤਰੀਕੇ ਦੀ ਤੁਸੀਂ ਸਥਿਤੀ ਨੂੰ ਬਿਆਨ ਕੀਤਾ, ਹੋ ਸਕਦਾ ਇਹ ਸੱਚ ਹੋਵੇ, ਪਰ ਇਹ ਸੱਚ ਮੈਨੂੰ ਜਿੱਥੋਂ ਤੱਕ ਸਮਝਿਆ ਇਹ ਲੱਗਦਾ ਨਹੀਂ। ਬਿਲਕੁਲ ਜੀ ਬਿਲਕੁਲ, ਭਾਵੇਂ ਅੱਜ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਵੀ ਬਦਲਾਅ ਤਾਂ ਹੋਣੀ ਹੋਣਾ, ਮੈਂ ਕਿਹੜਾ ਸਾਰੀ ਉਮਰ ਵਾਸਤੇ ਪ੍ਰਧਾਨ ਬਣਿਆ ਰਹਿਣਾਗਾ, ਲੇਕਿਨ ਨਾਲ ਹੀ ਜਿਸ ਤਰੀਕੇ ਨਾਲ ਸ਼ਰਤ ਲਾਈ ਹੈ ਬਲਵਿੰਦਰ ਸਿੰਘ ਭੂੰਦੜ ਦੀ ਕਮੇਟੀ ਦੇ ਬਾਅਦ, ਜਦੋਂ ਉਹਨਾਂ ਦੀ ਕਮੇਟੀ ਆ ਜਾਣਗੇ ਦੱਸਣਗੇ ਕਮੇਟੀ ਬਾਰੇ, ਉਦੋਂ ਬਾਅਦ ਹੀ ਸੀ ਸਾਰਾ ਕੁਝ ਬਦਲਾਅ ਕਰਾਂਗੇ ਉਹਦੇ ਅਕੋਰਡਿੰਗ ਹੀ। ਤੇ ਜਿਸ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਭੂੰਦੜ ਦੇ ਪਰਿਵਾਰ ਦੇ ਨਾਲ ਰਿਲੇਸ਼ਨ ਨੇ, ਤੇ ਉਹ ਤਾਂ ਕਲੀਅਰ ਹੀ ਹੋ ਜਾਂਦਾ ਵੀ ਸਿਰਫ ਇਹ ਬਿਆਨ ਨੇ, ਤੇ ਬਿਆਨ ਸੁਰੱਖਿਆ ਵਿੱਚ ਰਹਿਣ ਲਈ ਜਿਸ ਤਰੀਕੇ ਨਾਲ ਆਮ ਰਾਜਨੀਤਿਕ ਲੋਕ ਦਿੰਦੇ ਨੇ, ਉਸ ਤਰ੍ਹਾਂ ਦੇ ਬਿਆਨ ਹੀ ਨੇ। ਜਿਸ ਤਰੀਕੇ ਨਾਲ ਬਾਕੀ ਤੁਸੀਂ ਐਨਾਲਿਸਿਸ ਕੀਤਾ ਵੀ ਪ੍ਰਧਾਨਗੀ ਦੀ ਕੁਰਸੀ ਸੁਖਬੀਰ ਸਿੰਘ ਬਾਦਲ ਛੱਡਣ ਵਾਲੇ ਨਹੀਂ। ਤੇ ਦੂਸਰੀ ਪਾਸੇ ਹੁਣ ਗੱਲ ਕਰਾਂਗੇ ਜੇ ਆਪਾਂ ਭਗਵੰਤ ਸਿੰਘ ਮਾਨ ਦੀ, ਉਹਨਾਂ ਦੇ ਉਸ ਬਿਆਨ ਦੀ ਜਿਸ ਦੇ ਤਹਿਤ ਉਹਨਾਂ ਨੇ ਸਕਾਲਰਸ਼ਿਪ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਦੀ ਗੱਲ ਕੀਤੀ ਹੈ, ਤੇ ਨਾਲ ਹੀ ਨਾਲ ਉਹਨਾਂ ਨੇ ਫੰਡਾਂ ਦੀ ਦੁਰਵਰਤੋਂ ਦੀ ਗੱਲ ਕੀਤੀ ਹੈ, ਕਿਹਾ ਵੀ ਫਾਈਲਾਂ ਮੇਰੇ ਕੋਲ ਆ ਚੁੱਕੀਆਂ ਨੇ। ਕਿਵੇਂ ਦੇਖ ਰਹੇ ਹੋ, ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਲਿਪਤ ਸੀਗੇ ਸਾਧੂ ਸਿੰਘ ਧਰਮਸੋਤ, ਤੇ ਨਾਲ ਹੀ ਨਾਲ ਕਲੀਨ ਚਿੱਟ ਦਿੱਤੀ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ। ਜੇਕਰ ਹੁਣ ਜਾਂਚ ਹੁੰਦੀ ਹੈ, ਸਾਧੂ ਸਿੰਘ ਧਰਮਸੋਤ ਇਸ ਮਾਮਲੇ 'ਚ ਫਸਜੇ ਨੇ, ਕਿ ਇਹ ਸੇਕ, ਇਸ ਮਾਮਲੇ ਦਾ ਸੇਕ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਪਹੁੰਚੇਗਾ, ਕਿਉਂਕਿ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਸੀਗੀ ਸਾਧੂ ਸਿੰਘ ਧਰਮਸੋਤ ਨੂੰ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਲਖਵਿੰਦਰ, ਜਿਹੜਾ ਪ੍ਰਸ਼ਨ ਇਹ ਆ ਕਿ ਕੇਵਲ ਕੈਪਟਨ ਅਮਰਿੰਦਰ ਸਿੰਘ ਤੱਕ ਹੀ ਸੇਕ ਨਹੀਂ ਪਹੁੰਚਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਤੇ ਫੱਦੀ ਕਲੀਨ ਚਿੱਟਾਂ ਦੀ ਜੇਬ 'ਚ ਭਰੀ ਹੁੰਦੀ ਸੀ, ਜਿਹੜਾ ਕੋਈ ਉਹਦਾ ਬੰਦਾ ਸੀ ਉਹਨੂੰ ਚਿੱਟ ਫੜਾ ਦਿੰਦਾ ਸੀ ਕੱਢ ਕੇ। ਤਾਂ ਜਿਹੜੀ ਕਾਰਵਾਈ ਆ, ਬੜੀ ਸੋਹਣਾ ਤੁਸੀਂ ਪ੍ਰਸ਼ਨ ਕੀਤਾ ਕਿ ਉਹ ਹਜ਼ਾਰਾਂ ਸ਼ਡਿਊਲ ਕਾਸਟ ਵਿਦਿਆਰਥੀਆਂ, ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦਾ ਖਰਚਾ ਕੇਂਦਰ ਸਰਕਾਰ ਚੁੱਕਦੀ ਹੈ, ਉਹਨਾਂ ਨਾਲ ਬੱਚਿਆਂ ਨੇ ਪੜ੍ਹ ਕੇ ਕਈਆਂ ਦੇ ਪਰਿਵਾਰ ਸੁਲਝ ਜਾਣੇ ਸੀ, ਕਈਆਂ ਦੇ ਪਰਿਵਾਰਾਂ ਨੇ ਨੌਕਰੀਆਂ ਲੈ ਲੈਣੀਆਂ ਸੀ, ਬੱਚਿਆਂ ਦੇ ਪਰਿਵਾਰਾਂ ਦੇ ਜੂਨਾਂ ਬਦਲ ਜਾਣੀਆਂ ਸੀ। ਪਰ ਉਹ ਸਾਧੂ ਸਿੰਘ ਧਰਮਸੋਤ ਨੇ ਸਾਰਾ ਉਹ ਕੀ ਬਦਮਾਸ਼ਾਂ ਵਾਲੇ ਕੰਮ ਕਰਦਿਆਂ ਹੋਇਆ ਉਹ ਬੱਚਿਆਂ, ਹਜ਼ਾਰਾਂ ਬੱਚਿਆਂ ਦਾ ਵਜ਼ੀਫਾ ਹੀ ਖਾ ਗਿਆ, ਰਹਿਣ ਹੀ ਕੱਖ ਨਹੀਂ ਦਿੱਤਾ। ਇਸ ਤੋਂ ਬੜੀ ਗੁਰਬਾਤ ਤੋਂ ਕੀ ਹੋ ਸਕਦੀ ਹੈ? ਤੇ ਉਹਨਾਂ ਗਰੀਬ ਬੱਚਿਆਂ ਦਾ ਜਿਨ੍ਹਾਂ ਨੇ ਪੜ੍ਹ ਕੇ ਸਕੂਲਾਂ ਦੇ ਵਿੱਚ, ਜਿਨ੍ਹਾਂ ਨੂੰ ਲਖਵਿੰਦਰ ਜੀ ਬੜੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਦਾ, ਤੇ ਅਸੀਂ ਉਸ ਕੇਂਦਰ ਸਰਕਾਰ ਦੀ ਬੁਰਾਈ ਨਹੀਂ ਕਰ ਸਕਦੇ ਜਿਹੜੇ ਉਹਨੂੰ ਹਮੇਸ਼ਾ ਪੰਜਾਬ ਦੇ ਲੋਕੀ ਕਹਿੰਦੇ ਦਿੱਲੀ ਮਾੜਾ, ਦਿੱਲੀ ਮਾੜਾ, ਦਿੱਲੀ ਮਾੜਾ। ਨਹੀਂ, ਜੇਕਰ ਕੇਂਦਰ ਸਰਕਾਰ ਨੇ ਉਹ ਵਜ਼ੀਫਾ ਅਨੁਸੂਚਿਤ ਜਾਤੀ ਦੇ ਜਾਂ ਹੋਰ ਜਾਤੀਆਂ ਦੇ ਬੱਚਿਆਂ ਵਾਸਤੇ ਭੇਜਿਆ, ਚਾਹੇ ਉਹ ਮਹਾਰਾਸ਼ਟਰ ਸੀ, ਪੰਜਾਬ ਸੀ, ਤਾਂ ਪੰਜਾਬ ਦੇ ਬੱਚਿਆਂ ਨੂੰ ਉਹ ਹੱਕ ਮਿਲਣਾ ਚਾਹੀਦਾ ਸੀ ਕਿ ਤਾਂ ਜੋ ਬੱਚੇ ਪੜ੍ਹ ਕੇ ਉਸ ਵਰਗ ਦੇ ਜਾ ਕੇ ਕਿਤੇ ਆਪਣੀ ਜੂਨ ਸਵਾਰ ਸਕਦੇ, ਆਪਣੇ ਪਰਿਵਾਰਾਂ ਦਾ ਭਲਾ ਕਰ ਸਕਦੇ। ਤੇ ਪਰ ਹੋਇਆ ਕਿ ਉਹ ਮਹਿਕਮਾ ਉਸੇ ਹੀ ਅਨੁਸੂਚਿਤ ਜਾਤੀ ਦੇ ਵਰਗ ਕੋਲ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਕੋਲ ਆਇਆ, ਤੇ ਫਿਰ ਸਾਧੂ ਸਿੰਘ ਧਰਮਸੋਤ ਨੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਫਿਰ ਅੱਤ ਕਰਾਤੀ, ਉਹ ਵਜ਼ੀਫਾ ਹੀ ਖਾ ਗਿਆ ਸਾਰਾ। ਚਲੋ ਖਾਣਾ ਸੀ ਉਹਨੇ, ਉਹ ਵੀ ਭੁੱਖਾ ਹੋਏਗਾ, ਫਿਰ ਇਹੋ ਕਹਿ ਕਰ ਸਕਦਾ ਕਿ ਉਹਦੀ ਜਨਮ ਜਮਾਂਤਰਾਂ ਦਾ ਭੁੱਖਾ ਸੀ, ਨਹੀਂ ਭੁੱਖ ਲੱਤੀ, ਉਹ ਵਜ਼ੀਫਾ ਖਾ ਲਿਆ। ਪਰ ਦੂਜੀ ਟ੍ਰੈਜੇਡੀ ਇਹ ਦਿਖਾਂਤ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਰਾਜਸੀ ਪਰਿਵਾਰ 'ਚ ਹੁੰਦੇ ਆ, ਉਹਨੇ ਵੀ ਉਹਨਾਂ ਗਰੀਬ ਬੱਚਿਆਂ ਦਾ ਧਿਆਨ ਨਹੀਂ ਦਿੱਤਾ ਜਿਹੜੀ ਉਹਨਾਂ ਦੀ ਕਿਸੇ ਸਮੇਂ ਪਰਜਾ ਸੀ। ਉਹਨੇ ਉਸ ਆਪਣੇ ਸਿਪਾ ਸਲਾਰ ਨੂੰ
ਜਾਂ ਉਸ ਅਹਿਲਕਾਰ ਨੂੰ ਮਾਫ ਕਰਤਾ, ਕਲੀਨ ਚਿੱਟ ਦੇਤੀ ਕਿ ਜਾ ਕੁਝ ਨਹੀਂ ਹੋਇਆ, ਸਾਡੇ ਸਿਰ ਤੇ ਤੂੰ ਬਦਮਾਸ਼ੀਆਂ ਕਰ, ਅਯਾਸ਼ੀਆਂ ਕਰ, ਜਿੰਨਾ ਮਰਜ਼ੀ ਪੰਜਾਬ ਨੂੰ, ਤੇ ਫਿਰ ਉਹਨੇ ਲੁੱਟਿਆ ਕੇਂਦਰ ਸਰਕਾਰ ਦਾ ਪੈਸਾ ਖਾਧਾ। ਚਲੋ ਉਹ ਵੀ ਬਰਦਾਸ਼ਤ ਹੋ ਗਈ, ਕਲੀਨ ਚਿੱਟ ਦੇਤੀ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਰਾਜ ਸੀ, ਰਾਜੇ ਜਿਹੜੇ ਨੇ ਆਪਣੇ ਮੰਤਰੀਆਂ ਨੂੰ ਪਾਲਦੇ ਹੁੰਦੇ ਉਹਨਾਂ ਨੇ ਪਾਲ ਲਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਫਿਰ ਸਰਕਾਰ ਚੰਨੀ ਸੀ, ਚੰਨੀ ਦੀ ਆਉਂਦੀ ਹੈ, ਚੰਨੀ ਨੂੰ ਸਭ ਕੁਝ ਪਤਾ। ਹੁਣ ਚੰਨੀ ਨੂੰ ਪਹਿਲਾਂ ਰੌਲਾ, ਫਿਰ ਜੇ ਚੰਨੀ ਨੂੰ ਨਹੀਂ ਸੀ ਪਤਾ ਤੇ ਫਿਰ ਸਾਧੂ ਸਿੰਘ ਧਰਮਸੋਤ ਨੂੰ ਦੁਬਾਰਾ ਮੰਤਰੀ ਕਿਉਂ ਨਹੀਂ ਬਣਾਇਆ? ਤੇ ਜੇਕਰ ਉਹਨੂੰ ਬਣਾਇਆ ਨਹੀਂ ਤੇ ਪਤਾ ਸੀ ਸਕਾਲਰਸ਼ਿਪ ਦਾ ਰੌਲਾ ਪੈਂਦਾ, ਤੇ ਚੰਨੀ ਸਰਕਾਰ ਹਮੇਸ਼ਾ ਆਪਣੇ ਆਪ ਦੇ ਵਿੱਚ ਇਮਾਨਦਾਰੀ ਦਾ ਢੰਡੋਰਾ ਪਿੱਟਦੀ ਰਹੀ ਹੈ, ਤਾਂ ਕੀ ਚੰਨੀ ਸਰਕਾਰ ਉਸ ਵੇਲੇ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕਰ ਸਕਦੀ? ਤੇ ਜੇਕਰ ਹੁਣ ਫਾਈਲਾਂ ਭਗਵੰਤ ਸਿੰਘ ਮਾਨ ਕੋਲ ਪਹੁੰਚੀਆਂ ਨੇ ਤਾਂ ਭਗਵੰਤ ਸਿੰਘ ਮਾਨ ਨੇ ਫਾਈਲਾਂ ਖੋਲ੍ਹ ਲਈਆਂ ਤੇ ਸਭ ਕੁਝ ਪਤਾ ਆ, ਉਹ ਤਾਂ ਭਗਵੰਤ ਸਿੰਘ ਮਾਨ ਨੂੰ ਛੱਡੀਏ, ਪੰਜਾਬ ਦਾ ਕਿਹੜਾ ਵਿਅਕਤੀ ਕਿ ਜਿਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਧੂ ਸਿੰਘ ਧਰਮਸੋਤ ਨੇ ਵਜੀਫੇ ਖਾਧੇ ਕਿ ਨਹੀਂ ਖਾਧੇ, ਸਾਰੀ ਦੁਨੀਆ ਨੂੰ ਪਤਾ। ਤੇ ਜੇਕਰ ਹੁਣ ਭਗਵੰਤ ਸਿੰਘ ਮਾਨ ਨੇ ਫਾਈਲਾਂ ਖੋਲ੍ਹ ਲਈਆਂ ਨੇ ਤੇ ਲਖਵਿੰਦਰ ਜੀ ਹੁਣ ਜ਼ਿੰਮੇਵਾਰੀ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਉਹਨੂੰ ਬਚਾਉਣ ਦੀ ਬਣਦੀ ਆ ਕਿ ਉਹਨੇ ਉਸ ਨੂੰ ਬਚਾਇਆ ਕਲੀਨ ਚਿੱਟ ਦੇ ਕੇ, ਤੇ ਫਿਰ ਨਾਲ ਹੀ ਨਾਲ ਜਿਹੜੀ ਜ਼ਿੰਮੇਵਾਰੀ ਹੈ ਚਰਨਜੀਤ ਸਿੰਘ ਚੰਨੀ ਦੀ ਵੀ ਬਣਦੀ ਆ, ਕਿਉਂਕਿ ਉਹਨੂੰ ਵੀ ਪਤਾ ਸੀ ਕਿ ਇਹਨੇ ਇਹ ਜੁਰਮ ਕੀਤਾ ਤੇ ਜੁਰਮ ਨੂੰ ਕਰਨ ਵਾਲਾ ਤੇ ਜੁਰਮ ਨੂੰ ਲੁਕਾਉਣ ਦੇ ਵਿੱਚ ਸਾਥ ਦੇਣ ਵਾਲਾ ਬਰਾਬਰ ਦੇ ਭਾਈਵਾਲ ਹੁੰਦੇ ਨੇ। ਸੋ ਜੇਕਰ ਸੇਕ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਤੇ ਫਿਰ ਚਰਨਜੀਤ ਸਿੰਘ ਚੰਨੀ ਨੂੰ ਵੀ ਲੱਗਣਾ ਚਾਹੀਦਾ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਰੇ ਤੇ ਘੱਟ ਤੋਂ ਘੱਟ ਆਉਂਦਿਆਂ ਭਵਿੱਖ ਦੇ ਵਿੱਚ ਘੱਟ ਤੋਂ ਘੱਟ ਇਹੋ ਜਿਹੇ ਮੰਤਰੀਆਂ ਨੂੰ ਸੰਤਰੀਆਂ ਨੂੰ ਕਿਸੇ ਗਰੀਬ ਬੱਚੇ ਦਾ ਹੱਕ ਖਾਣ ਦੀ ਹਿੰਮਤ ਨਾ ਪਵੇ, ਜਿਹੜਾ ਪੈਸਾ ਉਹਨਾਂ ਦੇ ਭਲੇ ਵਾਸਤੇ ਉਹਨਾਂ ਦੀ ਵਿਦਿਆ ਪ੍ਰਾਪਤੀ ਵਾਸਤੇ। ਤੇ ਜਾਂ ਫਿਰ ਇਹ ਲੋਕ ਇਹੋ ਹੀ ਚਾਹੁੰਦੇ ਨੇ ਕਿ ਇਹ ਵਰਗ ਦੇ ਲੋਕ ਉੱਠਣ ਹੀ ਨਾ ਜਾਂ ਖਤਮ ਹੀ ਹੋ ਜਾਣ, ਇਹ ਵਿਦਿਆ ਇਹਨਾਂ ਦਾ ਹਾਸਲ ਹੀ ਨਾ ਬਣ ਸਕੇ। ਸੋ ਘੱਟ ਤੋਂ ਘੱਟ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਚਾਹੀਦਾ, ਜੇ ਵਾਕਈ ਉਹ ਗੰਭੀਰ ਆ, ਜੇ ਵਾਕਈ ਹੀ ਇਨਸਾਫ ਦੇਣਾ ਚਾਹੁੰਦੀ ਆ, ਉਹਨਾਂ ਗਰੀਬ ਬੱਚੇ, ਹਜ਼ਾਰਾਂ ਬੱਚੇ ਜਿਹੜੇ 2 ਸਾਲਾਂ ਦੇ ਵਿੱਚ ਉਹਨਾਂ ਨੂੰ ਫੀਸਾਂ ਮਿਲਦੀਆਂ ਸੀ, ਫੀਸਾਂ ਨਾ ਭਰਨ ਕਰਕੇ ਉਹ ਵਿਚਾਰੇ ਵਿਦਿਆ ਤੋਂ ਵੀ ਹੋਣੇ ਹੋ ਗਏ। ਤੇ ਜੇ ਵਾਕਈ ਭਗਵੰਤ ਸਿੰਘ ਮਾਨ ਇਸ ਪੱਖ ਤੋਂ ਗੰਭੀਰ ਆ ਤਾਂ ਫਿਰ ਉਹ ਸਾਧੂ ਸਿੰਘ ਧਰਮਸੋਤ ਨੂੰ ਤੇ ਉਹਦੇ ਸਾਥੀਆਂ ਨੂੰ ਇਹੋ ਜਿਹਾ ਟੰਗਣਾ ਚਾਹੀਦਾ ਕਿ ਇੱਕ ਮਿਸਾਲ ਬਣੇ ਤੇ ਭਵਿੱਖ ਦੇ ਵਿੱਚ ਕੋਈ ਵਿਅਕਤੀ ਉਹਨਾਂ ਗਰੀਬ ਬੱਚਿਆਂ ਦਾ ਉਹ ਸਕਾਲਰਸ਼ਿਪ, ਉਹ ਵਜੀਫਾ ਜਿਹਦੇ ਸਿਰ ਤੇ ਉਹਨਾਂ ਨੇ ਸਿੱਖਿਆ ਲੈਣੀ ਸੀ, ਪੜ੍ਹਨਾ ਸੀ, ਬਾਕੀ ਲੋਕ ਪਰ ਬਥੇਰੀ ਕਰ ਲਓ ਜਿੱਥੇ ਕਰਨੀ ਹੈ, ਕੋਈ ਦਰਖਤ ਵੇਚ ਦਿਓ, ਘੱਟ ਨਹੀਂ ਕਰਦੇ, ਪਰ ਘੱਟੋ ਘੱਟ ਉਹ ਵਜੀਫਾ ਤੇ ਨਾ ਖਾਓ ਜਿਹੜਾ ਉਹਨਾਂ ਪਰਿਵਾਰਾਂ ਦਾ, ਉਹਨਾਂ ਗਰੀਬ ਬੱਚਿਆਂ ਦਾ ਇੱਕੋ ਇੱਕ ਸਹਾਰਾ ਹੁੰਦਾ ਪੜ੍ਹਾਈ ਦਾ, ਕਿ ਜਿਹੜਾ ਹੋਰ ਕੋਈ ਵਸੀਲਾ ਨਹੀਂ, ਉਸੇ ਵਜੀਫੇ ਦੇ ਸਿਰ ਤੇ ਅਗਲੇ ਪੜ੍ਹਦੇ ਆ ਤੇ ਸ਼ਾਇਦ ਉਹਨਾਂ ਦੀ ਜੂਨ ਬਦਲ ਜਾਂਦੀ, ਆਪਣੇ ਪਰਿਵਾਰ ਦੀ ਉਹ ਸਥਿਤੀ ਨੂੰ ਬਦਲ ਦਿੰਦੇ। ਇਹਨਾਂ ਨੂੰ ਲੁੱਟਣ ਨੂੰ ਹੋਰ ਬਥੇਰੇ ਦਵਾਰ ਸੀ, ਲੁੱਟਿਆ ਵੀ ਆ ਪੰਜਾਬ ਨੂੰ, ਘੱਟੋ ਘੱਟ ਇੰਨਾ ਹੀ ਤਰਸ ਕਰ ਲੈਂਦੇ, ਤੇ ਜੇ ਨਹੀਂ ਕੀਤਾ ਤਾਂ ਭਗਵੰਤ ਮਾਨ ਫਿਰ ਅਜਿਹੀ ਮਿਸਾਲੀ ਸਜ਼ਾ ਦੇਵੇ ਤਾਂ ਭਵਿੱਖ ਵਿੱਚ ਆਉਣ ਵਾਲੇ ਬੰਦੇ ਜਿਹੜੇ ਨੇ ਇਹ ਤਾਂ ਤੋਂ ਸਬਕ ਸਿੱਖ। ਜੀ ਬਿਲਕੁਲ ਜੀ, ਬਿਲਕੁਲ। ਸੋ ਹੁਣ ਪਰ ਜਾਂਚ, ਜਿਵੇਂ ਤੁਸੀਂ ਕਿਹਾ ਵੀ ਭਵਿੱਖ ਸੁਧਾਰਨ ਦੇ ਲਈ ਜੋ ਗਰੀਬ ਬੱਚਿਆਂ ਦੀ ਮਦਦ ਕਰਨ ਦੀ ਸਰਕਾਰ ਵੱਲੋਂ ਫੰਡ ਜਾਰੀ ਹੋਏ ਸੀ, ਉਹਨਾਂ ਦੀ ਉੱਪਰ ਜਾਂਚ ਹੋਈ ਹੈ, ਤਾਂ ਹੁਣ ਸੇਕ ਜਿਵੇਂ ਤੁਸੀਂ ਕਿਹਾ ਵੀ ਚਰਨਜੀਤ ਸਿੰਘ ਚੰਨੀ ਤੱਕ ਵੀ ਪਹੁੰਚ ਸਕਦਾ ਹੈ, ਉਹ ਵੀ ਆਉਣ ਵਾਲੇ ਕੁਝ ਦਿਨਾਂ 'ਚ ਕਲੀਅਰ ਹੋ ਜਾਏਗਾ, ਕਿਉਂਕਿ ਜਾਂਚ ਦੇ ਆਦੇਸ਼ ਸਰਕਾਰ ਦੇ ਵੱਲੋਂ ਭਗਵੰਤ ਸਿੰਘ ਮਾਨ ਦੇ ਵੱਲੋਂ ਦੇ ਦਿੱਤੇ ਗਏ ਨੇ। ਸੋ ਦੂਸਰੇ ਪਾਸੇ ਗੱਲ ਕਰੀਏ ਕੇਂਦਰ ਸਰਕਾਰ ਦੀ। ਕੇਂਦਰ ਸਰਕਾਰ ਦੇ ਵੱਲੋਂ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ। ਸੰਸਦ ਦੇ ਸੈਸ਼ਨ ਦੇ ਮੱਦੇਨਜ਼ਰ ਕੁਝ ਇਸ ਤਰ੍ਹਾਂ ਦੇ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਵੀ ਜਿਹੜੇ ਉਹ ਸ਼ਬਦ ਸੰਸਦ ਦੇ ਵਿੱਚ ਨਹੀਂ ਬੋਲੇ ਜਾ ਸਕਦੇ, ਜਿਨ੍ਹਾਂ ਦੇ ਵਿੱਚ ਜੁਮਲਾਪਣ ਹੋ ਗਿਆ ਜਾਂ ਭ੍ਰਿਸ਼ਟ, ਦੋਗਲਾਪਣ, ਤਾਨਾਸ਼ਾਹੀ, ਇਸ ਤਰ੍ਹਾਂ ਦੇ ਕੁਝ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਵੀ ਸੰਸਦ ਦੇ ਵਿੱਚ ਨਹੀਂ ਬੋਲੇ ਜਾ ਸਕਦੇ। ਤੇ ਇਸ ਨੂੰ ਉੱਪਰ ਪ੍ਰਤੀਕਿਰਿਆ ਆਈ ਹੈਗੀ ਵਿਰੋਧੀ ਧਿਰਾਂ ਦੀ। ਰਾਘਵ ਚੱਡਾ ਦੇ ਵੱਲੋਂ ਇੱਕ ਅਹਿਮ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਕਿ ਇਹ ਸਿਰਫ ਔਰ ਸਿਰਫ ਭਾਜਪਾ ਇਹ ਚਾਹੁੰਦੀ ਸੀ ਵੀ ਉਹਨਾਂ ਦਾ ਅਸਲ ਚਿਹਰਾ ਇਹਨਾਂ ਸ਼ਬਦਾਂ ਦੇ ਨਾਲ ਨੰਗਾ ਹੋ ਜਾਏਗਾ। ਇਹੀ ਕਾਰਨ ਹੈ ਕਿ ਉਹਨਾਂ ਨੇ ਸੰਸਦ ਦੇ ਵਿੱਚ ਇਹ ਸ਼ਬਦ ਬੈਨ ਕੀਤੇ ਨੇ, ਜੋ ਕਿ ਸਿੱਧੀ ਮੌਲਿਕ ਅਧਿਕਾਰਾਂ ਦੀ, ਪੰਜਾਬ ਦੇ ਮਾਫ ਕਰਨਾ, ਜੋ ਦੇਸ਼ ਦੇ ਨਾਗਰਿਕ ਨੇ ਉਹਨਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਹੈ। ਕਿਵੇਂ ਦੇਖ ਰਹੇ ਹੋ ਰਾਘਵ ਚੱਡਾ ਦੇ ਇਸ ਬਿਆਨ ਨੂੰ, ਤੇ ਕਿਵੇਂ ਦੇਖ ਰਹੇ ਹੋ ਜੋ ਫਰਮਾਨ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ? ਦੇਖੋ, ਰਾਘਵ ਚੱਡਾ ਦਾ ਜਿਹੜਾ ਬਿਆਨ ਆ ਉਹ ਇੱਕ ਮਹਿਜ ਸਿਆਸੀ ਬਿਆਨ ਹੋ ਸਕਦਾ, ਠੀਕ ਆ, ਉਹਨੇ ਬਿਆਨ ਦਿੱਤਾ, ਪਰ ਦੂਜੇ ਪਾਸੇ ਜੇਕਰ ਭਾਜਪਾ ਨੇ ਇਹ ਸ਼ਬਦਾਂ ਦੀ ਵਰਤੋਂ ਦੇ ਉੱਤੇ ਬੈਨ ਲਾਇਆ ਤੇ ਨਿਰਸਨ ਦੇ ਬਿਨਾਂ ਸ਼ੱਕ ਆਪਣੇ ਲਖਵਿੰਦਰ ਜੀ ਇਹ ਬੋਲਣ ਦੇ ਅਧਿਕਾਰ ਤੇ ਪਾਬੰਦੀ ਹੈਗੀ ਆ। ਜਿਸ ਤਰੀਕੇ ਨਾਲ ਬੀਤੇ ਦਿਨਾਂ ਵਿੱਚ SYL ਗਾਣੇ ਦੇ ਬੈਨ ਲਾ ਦਿੱਤਾ ਗਿਆ, ਦੂਜੇ ਬੰਨੇ
ਰਹਾਈ ਗਾਣੇ ਤੇ ਬੈਨ ਲਾ ਦਿੱਤਾ, ਖਾਲਸਾ ਏਡ ਤੇ ਬੈਨ ਲਾ ਦਿੱਤਾ, ਤੇ ਹੁਣ ਲੋਕ ਸਭਾ ਦੇ ਵਿੱਚ ਉਹ ਸ਼ਬਦ ਵੀ ਤੁਸੀਂ ਬੈਨ ਕਰ ਦਿੱਤੇ ਜੇ ਜਿਹੜੇ ਸ਼ਬਦਾਂ ਨੇ ਵਿਰੋਧੀਆਂ ਨੇ ਬੋਲ ਕੇ ਤੁਹਾਨੂੰ ਘੇਰਨਾ। ਤੇ ਫਿਰ ਆਜ਼ਾਦੀ ਹੈ ਕਿੱਥੇ? ਫਿਰ ਉਹ ਆਜ਼ਾਦੀ ਜਿਹੜੀ ਲੋਕਤੰਤਰ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਹੁੰਦੀ ਹੈ ਕਿ ਆਪਣੇ ਹੱਕ ਤੇ ਆਵਾਜ਼ ਉਠਾਉਣ ਦੀ, ਫਿਰ ਕੀ ਆਜ਼ਾਦੀ ਉਹ ਵੀ ਮੋਦੀ ਸਰਕਾਰ ਨੇ ਖੋਲੀ ਹੈ? ਬੜਾ ਮਹੱਤਵਪੂਰਨ ਪ੍ਰਸ਼ਨ ਹੈ। ਹੁਣ ਇਹ ਉਹ ਸ਼ਬਦ ਨੇ ਜਿਹੜੇ ਨੋਟੰਕੀਬਾਜ਼, ਜੁਮਲਾਬਾਜ਼, ਜਿਹੜੇ ਸਾਡੇ ਪ੍ਰਧਾਨ ਮੰਤਰੀ ਹੋਣਾ ਨੂੰ ਸੰਬੋਧਨ ਕਰਕੇ ਲੋਕ ਸਭਾ ਦੇ ਵਿੱਚ ਕੀਤੇ ਜਾਂਦੇ। ਠੀਕ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪਰ ਉਸ ਲੋਕ ਸਭਾ ਦੇ ਸਦਨ ਦੇ ਵਿੱਚ ਸਾਰੇ ਬੰਦੇ ਚੁਣ ਕੇ ਆਏ ਨੇ। ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਚੁਣ ਕੇ ਆਏ ਨੇ, ਉਸੇ ਤਰੀਕੇ ਨਾਲ ਉਹ ਚੁਣ ਕੇ ਆਏ। ਤਾਂ ਉੱਥੇ ਫਿਰ ਬੋਲਣ ਦਾ ਅਧਿਕਾਰ ਜਿਹੜਾ ਉਹ ਉਹਦੇ ਤੇ ਪਾਬੰਦੀ ਜਿਹੜੀ ਆ ਉਹ ਨਹੀਂ ਲੱਗਣੀ ਚਾਹੀਦੀ। ਬਾਕੀ ਦੂਸਰੇ ਬੰਨੇ ਭਾਜਪਾ ਨੂੰ ਸਪਸ਼ਟ ਬਹੁਮਤ ਆ, ਜੋ ਮਰਜ਼ੀ ਕਰੇ, ਜਿਸ ਤਰੀਕੇ ਨਾਲ ਅੱਗੇ ਵੀ ਉਹਨੇ ਕੀਤਾ ਉਸੇ ਤਰੀਕੇ ਨਾਲ ਉਹ ਹੁਣ ਕਰੂਗੀ। ਜੇ ਉਹਨੇ ਪਾਬੰਦੀ ਲਾ ਦਿੱਤੀ ਹੈ ਤਾਂ ਪਾਬੰਦੀ ਲਾਗੂ ਰਹਿਣੀ ਹੈ। ਪਰ ਬਾਕੀ ਹੈਰਾਨਗੀ ਦੀ ਗੱਲ, ਅਜੇ ਹੁਣ ਕਿਸੇ ਪਾਰਟੀ ਦਾ ਕੋਈ ਬਿਆਨ ਨਹੀਂ ਆਇਆ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਵੀ ਕਾਰ ਕਰਦੀ ਹੈ ਉਹ 2-3 ਬੰਦੇ ਬਿਲਕੁਲ ਤਿਆਰ ਹੁੰਦੇ ਨੇ। ਇੱਕ ਸੁਖਪਾਲ ਸਿੰਘ ਖਹਿਰਾ ਤਿਆਰ ਹੁੰਦਾ, ਦੂਜੇ ਪਾਸੇ ਦਲਜੀਤ ਸਿੰਘ ਚੀਮਾ ਤਿਆਰ ਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਬਿਆਨ ਕੋਈ ਵਿਕਰਾ ਨਹੀਂ, ਸੁਣਨਾ ਨਹੀਂ, ਉਹਦਾ ਪ੍ਰਤੀਕਰਮ ਜਿਹੜਾ ਉਹ ਦੇ ਦੇਣਾ ਹੁੰਦਾ। ਪਰ ਬੜੀ ਹੈਰਾਨਗੀ ਦੀ ਗੱਲ ਆ ਕਿ ਕੇਂਦਰ ਸਰਕਾਰ ਵੱਲੋਂ ਇਹ ਜਿਹੜੀਆਂ ਦੋ ਬੈਨ ਕੀਤਾ ਗਿਆ, ਇਹਦੇ ਉੱਤੇ ਭਾਜਪਾ ਦਾ ਕੋਈ ਬਿਆਨ, ਮਾਫ ਕਰਨਾ, ਦੂਜੀਆਂ ਪਾਰਟੀਆਂ ਦਾ ਜਿਹੜਾ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆ ਰਿਹਾ। ਬਾਕੀ ਰਾਘਵ ਚੱਡਾ ਦਾ ਜਿਹੜਾ ਬਿਆਨ ਆ ਉਹ ਤਾਂ ਲਖਵਿੰਦਰ ਜੀ ਬਹਿਜ ਇੱਕ ਸਿਆਸੀ ਬਿਆਨ ਹੈਗਾ। ਲੋਕ ਸਭਾ ਦੇ ਵਿੱਚ, ਮਾਫ ਕਰਨਾ, ਵਿਧਾਨ ਸਭਾ ਪੰਜਾਬ ਦੇ ਵਿੱਚ ਵੀ ਜਦੋਂ ਇਹਨਾਂ ਦੀ ਵਿਰੋਧੀ ਧਿਰ ਦੇ ਬੰਦੇ ਬੋਲਦੇ ਸੀ ਤਾਂ ਇਹ ਕਿਸ ਤਰੀਕੇ ਨਾਲ ਚੁੱਪ ਕਰਾਉਂਦੇ ਰਹੇ ਆ, ਇਹ ਵੀ ਇਹਨਾਂ ਨੂੰ ਜਿਹੜਾ ਯਾਦ ਕਰਨਾ ਚਾਹੀਦਾ। ਬਾਕੀ ਭਾਜਪਾ ਦੀ ਜਿਹੜੀ ਇਹ ਸ਼ਬਦਾਂ ਦੇ ਉੱਤੇ ਬੈਨ ਕਰਨ ਦੀ ਜਿਹੜੀ ਨੀਤੀ ਆ, ਇਹ ਅਸੀਂ ਕਹਿ ਸਕਦੇ ਕਿ ਅਨਐਲਾਨੀ ਐਮਰਜੈਂਸੀ ਆ, ਜਿਹਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ। ਸਰਕਾਰ ਨੂੰ ਅਜਿਹੇ ਜਿਹੜੀਆਂ ਕੁਝ ਹਰਕਤਾਂ ਆ ਅਜਿਹੀਆਂ ਕਰਨ ਤੋਂ ਬਾਅਦ ਆਉਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਸੋ ਮੌਲਿਕ ਅਧਿਕਾਰਾਂ ਦਾ ਹਨਨ ਦੀ ਸ਼ਬਦ ਕਹੀ ਆ, ਜਿਸ ਤਰੀਕੇ ਤੁਸੀਂ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਨੌਟੰਕੀ ਸ਼ਬਦ ਨਹੀਂ ਵਰਤ ਸਕੇ, ਅਸੀਂ ਉੱਥੇ ਬੋਲ ਸਕਦੇ, ਦੋਗਲਾਪਣ ਨਹੀਂ ਬੋਲ ਸਕਦੇ, ਭ੍ਰਿਸ਼ਟਾਚਾਰ ਨਹੀਂ ਬੋਲ ਸਕਦੇ, ਤਾਨਾਸ਼ਾਹ ਨਹੀਂ ਬੋਲ ਸਕਦੇ। ਤੇ ਇਹ ਉਹੀ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਦਾ ਜ਼ਿਆਦਾ ਇਸਤੇਮਾਲ ਹੁੰਦਾ ਸਰਕਾਰ ਦੇ ਖਿਲਾਫ। ਤਾਂ ਸ਼ਾਇਦ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ। ਰਾਘਵ ਚੱਡਾ ਵੀ ਇਹੀ ਕਹਿੰਦੇ ਨਜ਼ਰ ਆਏ ਨੇ ਵੀ ਸਰਕਾਰ ਇਹਨਾਂ ਲਫ਼ਜ਼ਾਂ ਤੋਂ ਬਚਣਾ ਚਾਹੁੰਦੀ ਹੈ, ਕਿਉਂਕਿ ਅਸਲ ਆਈਨਾ ਇਹ ਸ਼ਬਦ ਦਿਖਾਉਣਗੇ ਸਰਕਾਰ ਨੂੰ ਜਦੋਂ ਬੋਲੇ ਜਾਣਗੇ, ਤੇ ਉਹਨਾਂ ਉੱਪਰ ਪਹਿਲਾਂ ਹੀ ਬੈਨ ਲਗਾ ਦਿੱਤਾ ਗਿਆ। ਪਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਮੌਲਿਕ ਅਧਿਕਾਰਾਂ ਦਾ ਹਨਨ ਲਗਾਤਾਰ ਜਾਰੀ ਹੈ, ਇਸ ਦੇ ਬਾਰੇ ਵੀ ਬਹੁਤ ਸੋਚਣਾ ਪਏਗਾ ਸਾਡੇ ਲੋਕਾਂ ਨੂੰ, ਕਿਉਂਕਿ ਜਿਵੇਂ ਤੁਸੀਂ ਪਹਿਲਾਂ SYL ਦੀ ਗੱਲ ਕੀਤੀ, ਰਿਹਾਈ ਸੌਂਗ ਦੀ ਗੱਲ ਕੀਤੀ, ਵੀ ਉਹਨਾਂ ਦੇ ਉੱਪਰ ਖਾਲਸਾ ਏਡ ਦੀ ਗੱਲ ਕੀਤੀ, ਜਿੱਥੋਂ ਕਿ ਸਰਕਾਰ ਨੂੰ ਕੋਈ ਖਤਰਾ ਵੀ ਨਹੀਂ ਸੀ, ਉਹਨਾਂ ਉੱਪਰ ਬੈਨ, ਤੇ ਉਸ ਤੋਂ ਬਾਅਦ ਇਹਨਾਂ ਸ਼ਬਦਾਂ ਦੇ ਉੱਪਰ ਬੈਨ। ਸੋਚਣ ਲਈ ਮਜਬੂਰ ਜ਼ਰੂਰ ਹੋਣਗੇ ਲੋਕ। ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਅਣਖੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦ ਤੱਕ ਦਿਓ ਇਜਾਜ਼ਤ। ਧੰਨਵਾਦ।